नमस्कार जी। SDTV प्राइम ਦੇ ਇਸ ਖਾਸ ਪ੍ਰੋਗਰਾਮ ਬਾਤ ਮੁਲਾਕਾਤ ਵਿੱਚ ਤੁਹਾਡਾ ਸਵਾਗਤ ਹੈ। ਸਾਡੀ SDTV ਪ੍ਰਾਈਮ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਘਟਨਾਕ੍ਰਮ ਬਾਰੇ ਜੋ ਵੱਖੋ ਵੱਖਰੇ ਨਜ਼ਰੀਏ ਤੇ ਦ੍ਰਿਸ਼ਟੀਕੋਣ ਨੇ ਉਹ ਤੁਹਾਡੇ ਸਨਮੁਖ ਰੱਖੀਏ ਤਾਂ ਕਿ ਤੁਹਾਨੂੰ ਆਪਣੇ ਕੋਈ ਵਿਚਾਰ ਆਪਣੀ ਕੋਈ ਰਾਏ ਬਣਾਉਣ 'ਚ ਅਸੀਂ ਮਦਦ ਕਰ ਸਕੀਏ। ਅੱਜ ਵੀ ਅਸੀਂ ਇਸੇ ਉਦੇਸ਼ ਨੂੰ ਲੈ ਕੇ ਜੋ ਦਿੱਲੀ 'ਚ ਕਿਸਾਨੀ ਅੰਦੋਲਨ ਚੱਲ ਰਿਹਾ ਹੈ, 3 ਖੇਤੀ ਬਿੱਲ ਪਾਸ ਹੋਏ ਨੇ, ਉਹਨਾਂ ਪ੍ਰਤੀ ਜੋ ਵੱਖੋ ਵੱਖਰੇ ਨਜ਼ਰੀਏ ਨੇ, ਸਾਡੀ ਇਹ ਕੋਸ਼ਿਸ਼ ਹੈ ਕਿ ਉਹਨਾਂ ਵੱਖੋ ਵੱਖਰੇ ਨਜ਼ਰੀਆਂ ਨੂੰ ਜੋ ਹੈ ਤੁਹਾਡੇ ਅੱਗੇ ਰੱਖੀਏ। ਇਸੇ ਉਦੇਸ਼ ਵਾਸਤੇ ਅੱਜ ਅਸੀਂ ਮਾਸਟਰ ਸੁੱਚਾ ਸਿੰਘ ਖੱਟੜਾ ਜੀ ਨੂੰ ਆਪਣੇ ਸਟੂਡੀਓ 'ਚ ਸੱਦਾ ਦਿੱਤਾ ਹੈ। ਮਾਸਟਰ ਜੀ ਕਾਲਮ ਨਵੀਸ ਨੇ, ਵੱਖ-ਵੱਖ ਪੰਜਾਬ ਦੇ ਮੁੱਦਿਆਂ ਬਾਰੇ ਪੰਜਾਬੀ ਦੇ ਅਖਬਾਰਾਂ 'ਚ ਤੁਸੀਂ ਸੰਪਾਦਕੀ ਸਫ਼ਿਆਂ 'ਤੇ ਉਹਨਾਂ ਦੀਆਂ ਟਿੱਪਣੀਆਂ ਪੜ੍ਹਦੇ ਰਹਿੰਦੇ ਹੋ। ਮੁਲਾਜ਼ਮ ਜਥੇਬੰਦੀਆਂ 'ਚ ਉਹਨਾਂ ਨੇ ਜੋ ਹੈ ਅੱਗੇ ਹੋ ਕੇ ਕੰਮ ਕੀਤਾ ਹੈ। ਸੋ ਇਹਨਾਂ ਖੇਤੀ ਬਿੱਲਾਂ ਬਾਰੇ, ਕਿਸਾਨ ਅੰਦੋਲਨ ਬਾਰੇ, ਇਸ ਸੰਘਰਸ਼ ਦੇ ਖਾਸੇ ਬਾਰੇ, ਕਿਸਾਨ ਲੀਡਰਸ਼ਿਪ ਨੂੰ ਪੇਸ਼ ਚੁਣੌਤੀਆਂ ਆਦਿ ਕਈ ਮਸਲਿਆਂ 'ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਮਾਸਟਰ ਜੀ ਸਵਾਗਤ ਹੈ ਤੁਹਾਡਾ SDTV ਪ੍ਰਾਈਮ ਦੇ ਸਟੂਡੀਓ 'ਚ। ਧੰਨਵਾਦ ਰਾਣਾ ਜੀ। ਮਾਸਟਰ ਜੀ, ਜੋ ਦੇਸ਼ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹਨੂੰ ਮੈਂ ਤੁਹਾਡੇ ਤੋਂ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦਾ, ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਲੋਕਾਂ 'ਚ ਪਣਪ ਰਹੇ ਗੁੱਸੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੋ ਉੱਭਰ ਕੇ ਆਇਆ ਹੈ ਤੇ ਅਜੇ ਦਾ ਬਹੁਤ ਹਿੱਸਾ ਜਿਹੜਾ ਹੈ ਉਹ ਲੁਕਵੇਂ ਰੂਪ 'ਚ ਪਿਆ ਹੈ, ਜਿਹੜਾ ਆਉਣ ਵਾਲੇ ਸਮੇਂ 'ਚ ਹੋਰ ਉੱਭਰ ਸਕਦਾ ਹੈ। ਕਿਸ ਤਰ੍ਹਾਂ ਦੇਖਦੇ ਹੋ ਇਹ ਤੁਸੀਂ ਕਿਸਾਨੀ ਅੰਦੋਲਨ ਨੂੰ? ਜੇ ਇਤਿਹਾਸਕ ਸੰਦਰਭ 'ਚ ਵੀ ਦੇਖੀਏ, ਪਿਛਲੇ ਕਿਸਾਨੀ ਘੋਲਾਂ ਦੇ ਸੰਦਰਭ 'ਚ ਵੀ ਦੇਖੀਏ, ਤੁਸੀਂ ਇਸ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਰਾਣਾ ਜੀ, ਇਹ ਜਿਹੜਾ ਕਿਸਾਨੀ ਅੰਦੋਲਨ ਜੋ ਚੱਲਿਆ ਹੈ ਜੀ, ਇਹ ਅਸਲ 'ਚ ਇੱਕ ਕੜੀ ਦਾ ਹਿੱਸਾ ਹੈ। ਜਿਹੜੀ ਤੁਸੀਂ ਕਿਹਾ ਵੀ ਇਹ ਕੁਝ ਪਹਿਲਾਂ ਅੰਦੋਲਨ ਚੱਲ ਰਹੇ ਸੀ, ਉਹਨਾਂ ਦੇ ਇਤਿਹਾਸਕ ਪਰਿਪੇਖ ਦੇ ਵਿੱਚ ਆਪਾਂ ਮਤਲਬ ਇਹਨੂੰ ਦੇਖੀਏ ਜੀ, ਇਸ ਤੋਂ ਪਹਿਲਾਂ ਇਸ ਸਰਕਾਰ ਨੇ, ਜਦੋਂ ਦੀ ਇਹ ਸਰਕਾਰ ਆਈ ਹੈ, ਜਿਸ ਢੰਗ ਨਾਲ ਇਹਨੇ ਕੱਲਾ ਜਿਹੜਾ ਹੈ ਉਹ ਆਰਥਿਕ ਮੁੱਦੇ ਦੇ ਉੱਤੇ ਜੋ ਸਟੈਂਡ ਲਏ ਹੈ, ਉਹਨਾਂ ਤੋਂ ਸਾਫ਼ ਦਿਸ ਰਿਹਾ ਸੀ ਵੀ ਇਹ ਕਿਸਾਨੀ ਸੈਕਟਰ ਇੱਕ ਰਹਿ ਗਿਆ ਜਿਹਦੇ ਉੱਤੇ ਇਹਦੀ ਨਜ਼ਰ ਜਿਹੜੀ ਹੈ ਉਹ ਲਾਜ਼ਮੀ ਤੌਰ 'ਤੇ ਜਾਏਗੀ। ਇਹ ਵੈਸੇ ਆਪਾਂ BJP ਨਾਲ ਨਾ ਜੋੜ ਕੇ ਕਹੀਏ, ਫਰੈਂਕਲੀ ਸਪੀਕਿੰਗ ਮੈਂ ਪਿਛਲੀ ਸਰਕਾਰ ਨੂੰ ਵੀ ਨਾਲ ਲੈਂਦਾ ਹੈ। ਸਾਡੇ ਸਾਹਮਣੇ ਸਿੱਖਿਆ ਦੇ ਉੱਤੇ ਹਮਲਾ ਹੋਇਆ ਪ੍ਰਾਈਵੇਟ ਦਾ, ਸਾਡੇ ਸਾਹਮਣੇ ਉੱਤੇ ਸਿਹਤ ਸੇਵਾਵਾਂ ਦਾ ਹਮਲਾ ਹੋਇਆ, ਸਾਡੇ ਸਾਹਮਣੇ ਪਬਲਿਕ ਸੈਕਟਰ ਦੇ ਉੱਤੇ ਹਮਲਾ ਕਾਂਗਰਸ ਟਾਈਮ ਤੋਂ ਹੀ ਹੁੰਦਾ ਆਇਆ ਹੈ, ਰਾਈਟ ਫਰਮ 1991। ਯੈਸ। ਇਸ ਕਰਕੇ ਮਤਲਬ ਇਹ ਉਸ ਕੜੀ ਦਾ ਹਿੱਸਾ ਹੈ। ਅਤੇ ਜਿਹੜਾ ਤੁਸੀਂ ਕਹੀ ਗੱਲ ਇਹ ਵੀ ਉਹ ਛੋਟੇ ਹੋਰ ਕੋਈ ਮਤਲਬ ਇੱਦਾਂ ਦਾ ਉੱਠ ਰਿਹਾ ਸੀਗਾ ਬਵਾਲ ਜਿਹੜਾ ਦਿਸਦਾ ਨਹੀਂ ਸੀ ਅਤੇ ਹੁਣ ਉਹ ਸਾਹਮਣੇ ਆ ਗਿਆ, ਇਹ ਮੈਂ 100% ਤੁਹਾਡੇ ਨਾਲ ਸਹਿਮਤ ਹੈ। ਦੇਖੋ, ਜੇ ਉਹਨਾਂ ਨੇ ਮਜ਼ਦੂਰਾਂ ਦਾ ਐਕਟ ਜਿਹੜੇ ਹੈਗੇ ਆ ਉਹ ਮਤਲਬ ਉਹਦੇ 'ਚ ਤਬਦੀਲੀਆਂ ਕੀਤੀਆਂ ਤਾਂ ਲੋਕਾਂ ਨੇ ਆਵਾਜ਼ ਤਾਂ ਉਠਾਈ, ਲੇਕਿਨ ਉਹ ਗੱਲ ਬਣੀ ਨਹੀਂ ਹੈ ਜੀ। ਇੱਦਾਂ ਦੇ ਛੋਟੇ ਮੋਟੇ ਮੁੱਦੇ ਜਿਹੜੇ ਹੈਗੇ ਆ ਹੋਰ ਵੀ ਉਹਨਾਂ ਨੇ ਲਏ, ਲੇਕਿਨ ਕੋਈ ਇੱਦਾਂ ਦਾ ਬਵਾਲ ਉੱਠਿਆ ਨਹੀਂ। ਉਹਨਾਂ ਨੂੰ ਇਹ ਭੁਲੇਖਾ ਹੋ ਗਿਆ ਵੀ ਸ਼ਾਇਦ ਕਿਸਾਨਾਂ ਦਾ ਮਸਲਾ ਚੁੱਕ ਕੇ ਵੀ ਅਸੀਂ ਉਸੇ ਢੰਗ ਦੇ ਨਾਲ ਅਗਾਂਹ ਲੈ ਜਾਣਾ ਜਿਸ ਢੰਗ ਦੇ ਨਾਲ ਉਹਨਾਂ ਨੇ ਦੂਜੇ ਆਪਣੇ ਏਜੰਡੇ ਜਿਹੜੇ ਹੈਗੇ ਉਹ ਪੂਰੇ ਕੀਤੇ। ਲੇਕਿਨ ਇਹ ਹੁਣ ਸੱਚਮੁੱਚ ਹੀ ਮਤਲਬ ਇੱਕ ਬਹੁਤ ਵੱਡਾ ਰੂਪ ਜਿਹੜਾ ਹੈਗਾ ਇਹਨੇ ਲੈ ਲਿਆ ਅਤੇ ਇਸ ਵੇਲੇ ਤਾਂ ਮਤਲਬ ਇੰਝ ਸਮਝਣਾ ਚਾਹੀਦਾ ਵੀ ਇਹ ਪਿੱਛੇ ਤੋਂ ਕੜੀ ਚੱਲੀ ਆ ਰਹੀ ਸੀ, ਜਿਹਦਾ ਇਹ ਇੱਕ ਕਲਾਈਮੈਕਸ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਉੱਠਿਆ। ਤੇ ਮਾਸਟਰ ਜੀ, ਜੇ ਅਸੀਂ ਇਸ ਅੰਦੋਲਨ ਦੀ ਸਪੈਸੀਫਿਕਲੀ ਗੱਲ ਕਰੀਏ, ਇਸ ਅੰਦੋਲਨ ਨੂੰ ਵੀ ਬਹੁਤ ਸਾਰੀਆਂ ਚੁਣੌਤੀਆਂ ਹੈ, ਬਹੁਤ ਸਾਰੇ ਮੁੱਦੇ ਹੈ ਜਿਹੜੇ ਗਾਹੇ ਬਗਾਹੇ ਅਖਬਾਰਾਂ 'ਚ, ਟੈਲੀਵਿਜ਼ਨ ਚੈਨਲ ਰਾਹੀਂ, ਸੋਸ਼ਲ ਮੀਡੀਆ ਰਾਹੀਂ ਸਾਡੇ ਦਰਮਿਆਨ ਆਉਂਦੇ ਨੇ। ਪਹਿਲਾਂ ਤਾਂ ਇਸ ਅੰਦੋਲਨ ਦੇ ਖਾਸੇ ਬਾਰੇ ਵੱਖੋ ਵੱਖਰੇ ਨਜ਼ਰੀਏ ਨੇ। ਸਰਕਾਰ ਦਾ ਇਹ ਕਹਿਣਾ ਸੀ, ਕਿਤੇ ਨਾ ਕਿਤੇ ਸਰਕਾਰ ਇਹ ਕੋਸ਼ਿਸ਼ ਕਰਦੀ ਸੀ, ਰਾਸ਼ਟਰੀ ਮੀਡੀਆ ਦਾ ਇੱਕ ਹਿੱਸਾ ਵੀ ਕੋਸ਼ਿਸ਼ ਕਰਦਾ ਸੀ ਕਿ ਇਹ ਅੰਦੋਲਨ ਜਿਹੜਾ ਹੈ ਇਹ ਬਾਹਰੋਂ ਪ੍ਰਯੋਜਿਤ ਹੈ, ਇਹ ਅੰਦੋਲਨ ਖਾਲਿਸਤਾਨੀ ਅੰਦੋਲਨ ਹੈ, ਇਹ ਅੰਦੋਲਨ ਨਕਸਲੀ ਅੰਦੋਲਨ ਹੈ। ਤੁਸੀਂ ਵੀ ਅੰਦੋਲਨਾਂ ਨਾਲ ਜੁੜੇ ਰਹੇ ਹੋ, ਇਹ ਕਿੱਥੇ ਕੁ ਸਟੱਕ ਕਰਦਾ ਹੈ ਕਿ ਵਾਕਈ ਇਹ ਹੈ ਜਾਂ ਨਹੀਂ ਹੈ? ਅਤੇ ਕਿਸਾਨ ਯੂਨੀਅਨਾਂ ਇਸ ਜੋ ਇਹਨਾਂ 'ਤੇ ਇਲਜ਼ਾਮ ਲੱਗਦਾ ਸੀ ਕਿ ਨਕਸਲੀ ਹੈ, ਖਾਲਿਸਤਾਨੀਆਂ ਨੇ, ਇਹਨਾਂ ਨੂੰ ਹੈਂਡਲ ਕਰਨ 'ਚ ਕਿੰਨਾ ਕੁ ਕਾਮਯਾਬ ਰਹੇ ਨੇ? ਦੇਖੋ, ਜਿੱਥੋਂ ਤੱਕ ਸਰਕਾਰ ਦੀ ਸਟ੍ਰੈਟਜੀ ਦਾ ਸਵਾਲ ਸੀ ਜੀ, ਉਹ ਸਟ੍ਰੈਟਜੀ ਉਹ ਪਹਿਲਾਂ ਤੋਂ ਅਪਣਾਉਂਦੀ ਰਹੀ ਹੈ, ਚਾਹੇ ਉਹ CAA ਦਾ ਮੁੱਦਾ ਸੀ ਜੀ ਅਤੇ ਚਾਹੇ ਉਹ 370 ਦਾ ਮੁੱਦਾ ਸੀ। ਇੱਦਾਂ ਦੇ ਹਰ ਮੁੱਦੇ ਦੇ ਉੱਤੇ ਉਹ ਅਰਬਨ ਨਕਸਲੀ, ਪੜ੍ਹਿਆ ਲਿਖਿਆ ਨੂੰ ਕਹਿ ਦੇਣਾ, ਅਤੇ ਨਕਸਲੀ ਜਿਹੜਾ ਹੈਗਾ ਉਹ ਕਿਸੇ ਵੀ ਮੂਵਮੈਂਟ ਨੂੰ ਜੋੜ ਦੇਣਾ, ਅਤੇ ਉਹਦੇ ਨਾਲ ਹੀ ਆਹ ਖਾਲਿਸਤਾਨੀ ਜਿਹੜਾ ਐਲੀਮੈਂਟ ਹੈਗਾ ਇਹਨੂੰ ਲਿਆਉਣਾ, ਅਤੇ ਇਹ ਉਹਨਾਂ ਨੇ ਉਠਾਣੇ ਸੀਗੇ। ਲੇਕਿਨ ਇਸ ਸੰਬੰਧ ਦੇ ਵਿੱਚ 2 ਗੱਲਾਂ ਮੈਂ ਕਹਿਣੀਆਂ ਚਾਹੁੰਦਾ ਹੈ। ਨੰਬਰ 1 ਤਾਂ
ਨਕਸਲੀ ਮੂਵਮੈਂਟ ਤੇ ਮਤਲਬ ਖਾਲਿਸਤਾਨੀ ਮੂਵਮੈਂਟ, ਇਹ ਜਿਹੜੇ ਹੁਣ ਤੱਕ ਦੇ ਅਪਣਾਏ ਜਾਂਦੇ ਰਹੇ ਨਾ, ਮਤਲਬ ਬੀਜੇਪੀ ਵੱਲੋਂ ਜਿਹਨੂੰ ਅਸੀਂ ਕਹਾਂਗੇ ਟੂਲਸ ਜੀ, ਕਿਸੇ ਵੀ ਸੰਘਰਸ਼ ਨੂੰ ਮਤਲਬ ਦਫਾੜ ਕਰਨ ਲਈ ਜਾਂ ਉਹਨੂੰ ਵਰਟੀਕਲ ਡਿਵਾਈਡ ਕਰਨ ਵਾਸਤੇ ਜੀ, ਉਹ ਫੇਲ ਹੋ ਗਿਆ ਜੀ। ਸਭ ਤੋਂ ਵੱਡੀ ਦੇਣ ਇਸ ਕਿਸਾਨੀ ਮੂਵਮੈਂਟ ਦੀ ਇਹ ਹੈ ਕਿ ਬੀਜੇਪੀ ਦਾ ਸਭ ਤੋਂ ਵੱਡਾ ਹਥਿਆਰ ਲੋਕਾਂ 'ਚ ਫੁੱਟ ਪਾਉਣ ਦਾ ਉਹ ਫੇਲ ਹੋ ਗਿਆ ਜੀ। ਅਗਲੀ ਗੱਲ, ਕੁਛ ਇਸ ਸੰਘਰਸ਼ ਦੇ ਵਿੱਚ ਵੀ ਇੱਦਾਂ ਦੀਆਂ ਆਵਾਜ਼ਾਂ ਉੱਠੀਆਂ ਜਿਨ੍ਹਾਂ ਨਾਲ ਸਰਕਾਰ ਨੂੰ ਖਾਲਿਸਤਾਨੀਆਂ ਦੇ ਨਾਲ ਜੋੜਨ ਦਾ ਮੌਕਾ ਮਿਲ ਗਿਆ ਜੀ। ਇਸ ਸੰਬੰਧ ਦੇ ਵਿੱਚ ਵੈਸੇ ਧੰਨਵਾਦੀ ਹੋਣਾ ਚਾਹੀਦਾ ਸਾਨੂੰ ਸਾਰਿਆਂ ਨੂੰ, ਕਿਸਾਨ ਮੂਵਮੈਂਟ ਨੂੰ ਧੰਨਵਾਦੀ ਹੋਣਾ ਚਾਹੀਦਾ ਵੀ ਜਿਹੜੀ ਕਿਸਾਨਾਂ ਦੀ ਲੀਡਰਸ਼ਿਪ ਹੈ ਉਹਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਦਾ ਕਾਊਂਟਰ ਜਿਹੜਾ ਹੈਗਾ ਉਹ ਕਰ ਦਿੱਤਾ। ਲੇਕਿਨ ਉਹਦੇ ਸ਼ਬਦਾਂ 'ਚ ਥੋੜ੍ਹੀ ਜਿਹੀ ਗੱਲ ਜਿਹੜੀ ਹੈਗੀ ਸੀ ਉਹ ਚੁਭਵੀਂ ਸੀਗੀ, ਜਿਹੜੀ ਮੈਂ ਧੰਨਵਾਦੀਆਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਸ਼ਬਦਾਂ ਮਗਰ ਨਹੀਂ ਹੋ ਗਏ, ਸ਼ਬਦਾਂ ਦੇ ਅਰਥ ਦੀ ਰੂਹ ਜਿਹੜੀ ਹੈਗੀ ਆ ਉਹਨਾਂ ਨੇ ਫੜ ਲਈ ਵੀ ਸਾਨੂੰ ਇਹਦੇ ਨਾਲ ਡਰੇਲ ਨਹੀਂ ਹੋਣਾ ਚਾਹੀਦਾ। ਸੋ ਇਸ ਕਰਕੇ ਸਰਕਾਰ ਦਾ ਹੱਥ ਕੰਡਾ ਸੀ ਜਿਹਦੇ 'ਚੋਂ ਬੁਰੀ ਤਰ੍ਹਾਂ ਨਾਲ ਫੇਲ ਹੋਈ ਹੈ। ਦੇਖੋ, ਕਿਸਾਨ ਯੂਨੀਅਨ ਅੱਗੇ ਇੱਕ ਸਮੱਸਿਆ ਤਾਂ ਹੈ ਕਿ ਕੁਝ ਬੰਦੇ ਇੱਦਾਂ ਦੇ ਹੈ ਜਿਹੜੇ ਇਸ ਸੰਘਰਸ਼ ਨੂੰ ਸੱਜੇ ਖੱਬੇ ਕੋਈ ਨਾ ਕੋਈ ਰੰਗ ਆਪਣਾ ਚਾੜਨਾ ਚਾਹੁੰਦੇ ਆ। ਇੱਕ ਆਪ ਮੁਹਾਰੇ ਉੱਠੀ ਲਹਿਰ ਦੇ ਅੱਗੇ ਲੱਗ ਕੇ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਾਡੇ ਸਮਰਥਨ 'ਚ ਹੈ ਜਾਂ ਅਸੀਂ ਉਹਦੇ ਮੋਹਰੇ ਲੱਗਣਾ ਚਾਹੁੰਦੇ ਆ, ਉਹਨੂੰ ਇੱਕ ਖਾਸ ਰੰਗ ਦੇਣਾ ਚਾਹੁੰਦੇ ਆ। ਇਹ ਸਮੱਸਿਆ ਤਾਂ ਕਿਸਾਨ ਯੂਨੀਅਨ ਅੱਗੇ ਹੈ ਤੇ ਕਿਸਾਨ ਯੂਨੀਅਨਾਂ ਦਾ ਵੀ ਕੁਝ ਵਰਗ ਇੱਦਾਂ ਦਾ ਹੈ ਜਿਹੜਾ ਇਹਨੂੰ ਕਹਿਣਾ ਚਾਹੁੰਦਾ ਹੈ ਕਿ ਇਹ ਸਾਡੇ ਕਰਕੇ ਜਾਂ ਅਸੀਂ ਸਾਡੇ ਕਰਕੇ ਉੱਠੀ ਹੈ, ਸਾਡੀ ਵਿਚਾਰਧਾਰਾ ਦੀ ਕਿਸੇ ਨਾ ਕਿਤੇ ਪੁਸ਼ਟਪਨਾਹੀ ਕਰਦੀ ਹੈ। ਇਹ ਰਾਣਾ ਜੀ ਉਹਨਾਂ ਦੀ ਵਿਚਾਰਧਾਰਾ ਕਰਕੇ ਨਹੀਂ ਉੱਠੀ ਜੀ। ਇਹ ਕੇਵਲ ਤੇ ਕੇਵਲ 3 ਐਕਟ ਜਿਹੜੇ ਹੈਗੇ ਆ ਉਹਨਾਂ ਨੇ ਇਹਨੂੰ ਜਾਗ ਲਾਇਆ ਹੈ ਤੇ ਉਹਨਾਂ ਐਕਟਾਂ ਦੇ ਖਿਲਾਫ ਇਹ ਮੂਵਮੈਂਟ ਜਿਹੜੀ ਹੈ ਉੱਠੀ ਹੈ। ਇਹ ਵੱਖਰੀ ਗੱਲ ਹੈ ਵੀ ਜਦੋਂ ਇੰਨੇ ਲੋਕ ਇਕੱਠੇ ਹੋ ਜਾਂਦੇ ਤਾਂ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਮਿਲ ਜਾਂਦਾ। ਲੇਕਿਨ ਜਿਸ ਢੰਗ ਦੇ ਨਾਲ ਖਾਲਿਸਤਾਨ ਔਰ ਅਰਬਨ ਨਕਸਲ ਜਾਂ ਨਕਸਲਾਈਟ ਦਾ ਜੋ ਮੁੱਦਾ ਸਰਕਾਰ ਨੇ ਉਠਾਲਿਆ ਸੀ, ਹਰਿਆਣਾ ਪੰਜਾਬ ਦਾ ਵੀ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਉਹ ਸਾਰੇ ਮਸਲਿਆਂ ਦੇ ਉੱਤੇ ਬਹੁਤ ਤਰੀਕੇ ਦੇ ਨਾਲ ਉਹਦੇ ਉੱਤੇ ਕਾਬੂ ਪਾ ਲਿਆ ਗਿਆ ਹੈ। ਮੈਂ ਮੁੜ ਕੇ ਫੇਰ ਇਹ ਗੱਲ ਕਹਾਂਗਾ ਵੀ ਕਿਸਾਨ ਜਿਹੜੀ ਲੀਡਰਸ਼ਿਪ ਹੈਗੀ ਆ ਉਹਨੂੰ ਸੁਚੇਤ ਰਹਿਣਾ ਚਾਹੀਦਾ ਇਸ ਗੱਲ ਤੋਂ ਵੀ ਉਹਨਾਂ ਦੇ ਮੰਚਾਂ ਤੋਂ, ਉਹਨਾਂ ਦੇ ਇਕੱਠਾਂ ਤੋਂ, ਉਹਨਾਂ ਦੇ ਸਮੂਹਾਂ ਤੋਂ ਕੋਈ ਇੱਦਾਂ ਦੀ ਆਵਾਜ਼ ਜਿਹੜੀ ਹੈ ਉਹ ਨਾ ਜਾਏ ਜਿਹਦੇ ਨਾਲ ਉਹਨਾਂ ਨੂੰ ਮੁੜ ਕੇ ਫੇਰ ਇਹ ਖਾਲਿਸਤਾਨ ਦਾ ਮੁੱਦਾ ਜਿਹੜਾ ਹੈਗਾ ਚੁੱਕਣ ਦੀ। ਅਗਲੀ ਗੱਲ ਮੈਂ ਇੱਕ ਇਹਦੇ ਨਾਲ ਹੀ ਜੋੜ ਦੇਣਾ ਚਾਹੁੰਦਾ ਜੀ, ਖਾਲਿਸਤਾਨੀ ਐਲੀਮੈਂਟਸ ਨੂੰ ਵੀ ਇਹ ਮਹਿਸੂਸ ਹੋ ਜਾਣਾ ਚਾਹੀਦਾ ਹੈ ਕਿ ਇਸ ਕਿਸਾਨੀ ਮੂਵਮੈਂਟ ਨੇ ਸਾਬਤ ਕਰ ਦਿੱਤਾ ਵੀ ਖਾਲਿਸਤਾਨ ਦੀ ਹਿੰਦੁਸਤਾਨ ਦੇ ਵਿੱਚ ਥਾਂ ਨਹੀਂ ਹੈ। ਕਿਸ ਤਰ੍ਹਾਂ? ਹਾਂ, ਯੈਸ, ਉਹ ਇਸ ਤਰ੍ਹਾਂ ਨਹੀਂ ਹੈ। ਉਹ ਇਕੱਲੀ ਕਿਸਾਨੀ ਦਾ ਮਸਲਾ ਨਹੀਂ ਹੈ। ਉਹ ਇੱਕ ਅੱਜ ਤੱਕ ਨਹੀਂ ਹਲੇ ਉਹ ਦੇ ਸਕੇ ਵੀ ਉਹ ਪੰਜਾਬ ਦਾ ਮਾਡਲ ਕਿੱਦਾਂ ਦਾ ਹੋਊਗਾ ਜਿਹਦੇ ਵਿੱਚ ਪੰਜਾਬ ਦੀ ਆਰਥਿਕਤਾ ਜਿਹੜੀ ਹੈਗੀ ਆ ਉਹਦਾ ਸੰਬੰਧ ਦੁਨੀਆ ਦੀ ਆਰਥਿਕਤਾ ਨਾਲ ਕਿਆ ਹੋਊਗਾ। ਇੰਟਰ ਡਿਪੈਂਡੈਂਸ ਅੱਜ ਇੰਨੀ ਜ਼ਿਆਦਾ ਹੈ ਜੀ, ਉਹਦੇ ਨਾਲ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਧਰਮ ਦੇ ਆਧਾਰ ਦੇ ਉੱਤੇ ਕੋਈ ਸੂਬੇ ਦਾ ਖਿੱਤਾ ਜਿਹੜਾ ਹੈਗਾ ਉਹ ਬਣ ਜਾਵੇ। ਇਸ ਕਰਕੇ ਮਤਲਬ ਜਿੱਦਾਂ ਹਿੰਦੂ ਰਾਸ਼ਟਰਵਾਦ ਜਿਹੜਾ ਹੈਗਾ ਉਹ ਇਸ ਕਿਸਾਨੀ ਮੂਵਮੈਂਟ ਦੇ ਵਿੱਚ ਉਹ ਇੱਕ ਬਹੁਤ ਪਿੱਛੇ ਚਲਾ ਗਿਆ ਮੁੱਦਾ ਹੈ ਹਿੰਦੂ ਰਾਸ਼ਟਰਵਾਦ ਦਾ। ਇਸੇ ਢੰਗ ਦੇ ਨਾਲ ਖਾਲਿਸਤਾਨ ਜਿਹੜਾ ਹੈ, ਇਸੇ ਢੰਗ ਦੇ ਨਾਲ ISI ਦਾ ਜਿਹੜਾ ਹੈ ਉਹ ਮੁੱਦਾ ਜਿਹੜਾ ISI ਨੂੰ ਵੀ ਛੱਡ ਦਈਏ, ਖਾਲਿਸਤਾਨੀ ਨੂੰ ਵੀ ਛੱਡ ਦਈਏ, ਪਰ ਇੱਕ ਮੁੱਦਾ ਹੋਰ ਹੈ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ, ਅਰਬਨ ਨਕਸਲੀ ਜਿਹੜਾ ਟੈਗ ਲੱਗਦਾ ਹੈ। ਕਿਸਾਨ ਯੂਨੀਅਨਾਂ ਵੀ ਕੋਸ਼ਿਸ਼ ਕੀਤੀ ਹੈ ਕਿ ਕਈ ਬੰਦੇ ਨੇ ਜਿਨ੍ਹਾਂ ਦਾ ਨੈਕਸਲਾਈਟ ਪਿਛੋਕੜ ਹੈ, ਜਿਹੜੇ ਅੱਜ ਜੇਲ੍ਹਾਂ 'ਚ ਨੇ, ਪਿਛਲੀ ਸਰਕਾਰ ਨੇ CAA ਦੇ ਵਿਰੋਧ 'ਚ ਜਾਂ ਹੋਰ ਪਬਲਿਕ ਪ੍ਰੋਟੈਸਟਾਂ ਦੇ ਸੰਦਰਭ ਦੇ ਵਿਰੋਧ 'ਚ ਉਹ ਜੇਲ੍ਹਾਂ ਭੁਗਤ ਰਹੇ ਨੇ। ਕਿਸਾਨ ਯੂਨੀਅਨਾਂ ਉਹਨਾਂ ਦੀ ਰਿਹਾਈ ਦੀ ਵੀ ਕਿਤੇ ਨਾ ਕਿਤੇ ਮੰਗ ਕਰਦੀਆਂ। ਜਦੋਂ ਪਿੱਛੇ ਉਹਨਾਂ ਨੇ ਪ੍ਰਦਰਸ਼ਨ ਕੀਤਾ, ਉਹ ਫੋਟੋਆਂ ਲੈ ਕੇ ਵੀ ਗਏ ਉਹਨਾਂ ਦੀਆਂ, ਜਿਨ੍ਹਾਂ ਨੂੰ ਕਿ ਅਰਬਨ ਨਕਸਲੀ, ਮੈਂ ਕੋਟ ਅਨਕੋਟ 'ਚ ਕਹਿੰਦਾ, ਅਰਬਨ ਨਕਸਲੀ ਕਿਹਾ ਜਾਂਦਾ। ਜਦੋਂ ਕਿਸਾਨ ਯੂਨੀਅਨਾਂ ਇੱਦਾਂ ਕਰਦੀਆਂ ਕਿ ਕਿਸਾਨ ਮੰਗਾਂ ਤੋਂ ਹਟ ਕੇ ਆਪਣਾ ਦਾਇਰਾ ਵਿਸ਼ਾਲ ਕਰਨ ਦੀ ਕੋਸ਼ਿਸ਼ ਕਰਦੀਆਂ, ਉਹ ਫੈਡਰਲ ਢਾਂਚੇ ਦੀ ਵੀ ਗੱਲ ਕਰਦੀਆਂ, ਉਹ ਸਿਵਲ ਲਿਬਰਟੀਜ਼ ਦੀ ਵੀ ਗੱਲ ਕਰਦੀਆਂ, ਤਾਂ ਕਿਤੇ ਨਾ ਕਿਤੇ ਕਿਸਾਨ ਮੰਗਾਂ ਕੀ ਤੁਹਾਨੂੰ ਲੱਗਦਾ ਡਾਇਲਿਊਟ ਹੋ ਜਾਂਦੀਆਂ ਜਾਂ ਇਹ ਪਰਸਪੈਕਟਿਵ ਵੱਡਾ ਹੁੰਦਾ ਹੈ, ਉਹਨਾਂ ਨੂੰ ਸਮਰਥਨ ਜ਼ਿਆਦਾ ਮਿਲਦਾ ਇਹਦੇ ਨਾਲ? ਇਹ ਸਟ੍ਰੈਟਜੀ ਕਿੰਨਾ ਕੁ ਕੰਮ ਕਰ ਸਕਦੀ ਹੈ? ਰਾਣਾ ਜੀ, ਐਕਚੁਅਲੀ ਨਾ ਇੱਕ ਕਨਸੈਪਟ ਹੁੰਦਾ ਹੈ ਸੰਘਰਸ਼, ਸਟਰਗਲ ਜੀ। ਸਟਰਗਲ ਦਾ ਜਿੱਥੋਂ ਤੱਕ ਸਵਾਲ ਹੈ ਨਾ, ਉਹ ਜਿਹਨੂੰ ਅਸੀਂ ਅਰਬਨ ਨਕਸਲਾਈਟ ਕਹਿ ਦਈਏ, ਜੋ ਮਰਜ਼ੀ ਕਹਿ ਦਈਏ, ਟਰਮਸ ਇਹਨਾਂ ਦੀਆਂ ਦਿੱਤੀਆਂ ਹੋਈਆਂ। ਇਹ ਤਾਂ ਟੁਕੜੇ ਗੈਂਗ ਵੀ ਮਤਲਬ ਕਿਸੇ ਨੂੰ ਵੀ ਕਹਿ ਸਕਦੇ ਆ, ਤੇ ਇਹ ਟਰਮਸ ਇਹਨਾਂ ਨੇ ਦਿੱਤਾ ਹੋਇਆ ਹੈ। ਲੇਕਿਨ ਸਵਾਲ ਇਸ ਗੱਲ ਦਾ ਹੈਗਾ ਹੈ ਵੀ ਉਹਨਾਂ ਦੇ ਵਿੱਚ ਇੱਦਾਂ ਦੇ ਲੋਕ ਹੈ ਜਿਨ੍ਹਾਂ ਨੇ ਆਪਣੇ ਬੜੇ ਸ਼ਾਨਦਾਰ ਕੈਰੀਅਰ ਛੱਡ ਕੇ ਆਦੀਵਾਸੀਆਂ ਦੇ ਵਿੱਚ ਚਲੇ ਗਏ, ਉਹਨਾਂ ਦੇ ਕੇਸ ਲੜ ਰਹੇ ਆ ਸੁਪਰੀਮ ਕੋਰਟ ਤੱਕ, ਉਹਨਾਂ ਦੇ ਹੱਕਾਂ ਦੀ ਜਿਹੜੀ ਹੈ ਉਹ ਆਵਾਜ਼ ਬੁਲੰਦ ਕਰ ਰਹੇ ਆ,
ਤੇ ਇਸੇ ਢੰਗ ਦੇ ਨਾਲ ਮੈਂ ਦੇਖੋ ਇਹ ਇਸ ਗੱਲ ਨਹੀਂ, ਇਹ ਸਟ੍ਰੈਟਜੀ ਕਿਤੇ ਨਾ ਕਿਤੇ ਬੈਕਫਾਇਰ ਕਰਦੀ ਹੈ। ਨੋ 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 ਨੋ, ਇਹ ਜਿੱਥੇ ਵੀ ਕਿਤੇ ਸੰਘਰਸ਼ ਦੀ ਗੱਲ ਚੱਲੂਗੀ, ਸੀਏ ਦੇ ਪਹਿਲੀ ਗੱਲ ਤਾਂ ਇਹ ਹੈ ਵੀ ਸੀਏ ਦੇ ਸਬੰਧ ਦੇ ਵਿੱਚ ਨਕਸਲਾਈਟ ਨਹੀਂ ਹਨ, ਨਕਸਲਾਈਟ ਬੈਕਗ੍ਰਾਉਂਡ ਵਾਲਾ ਕੋਈ ਬੰਦਾ ਅੰਦਰ ਨਹੀਂ ਹੈ ਜੀ। ਉਹ ਕੇਵਲ ਤੇ ਕੇਵਲ ਮਤਲਬ ਸੀਏ ਦੇ ਸਬੰਧ ਦੇ ਵਿੱਚ ਉਹਨਾਂ ਨੇ ਆਵਾਜ਼ ਉਠਾਈ ਸੀਗੀ ਤੇ ਉਹਨਾਂ ਨੇ ਹੁਣ ਚੁਣ ਕੇ ਜਿਹੜੇ ਹੈ ਉਹ ਅੰਦਰ ਕੀਤੇ ਹੋਏ ਆ, ਲੇਕਿਨ ਖੜਨੇ ਨਹੀਂ ਉਹ ਕੇਸ। ਚਲੋ ਅਸੀਂ ਉਧਰ ਨੂੰ ਨਾ ਜਾਈਏ। ਠੀਕ ਹੈ ਜੀ। ਮੇਰੇ ਕਹਿਣ ਦਾ ਮਤਲਬ ਇਹ ਹੈ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਚੈਨਲ ਤੋਂ ਜੀ ਵੀ ਨਕਸਲਾਈਟ ਇੱਕ ਨਜ਼ਰੀਆ ਹੈ, ਉਹ ਦੇਸ਼ ਵਿਰੋਧੀ ਨਹੀਂ ਹੈ, ਉਹ ਸਮਾਜ ਵਿਰੋਧੀ ਨਹੀਂ ਹਨ। ਉਹ ਜੋ ਮਤਲਬ ਹਿੰਦੁਸਤਾਨ ਨੂੰ ਖੋਰਾ ਪੂੰਜੀਵਾਦ ਲਾ ਰਿਹਾ ਇਸ ਵੇਲੇ, ਇਹ ਉਹ ਪਾਪ ਤੋਂ ਵੀ ਉਹ ਬਚੇ ਹੋਏ ਆ। ਉਹ ਗਰੀਬ ਲੋਕਾਂ ਦੀ ਗੱਲ ਕਰਦੇ ਆ, ਉਹ ਲੋਕਾਂ ਦਾ ਇੱਕ ਨਜ਼ਰੀਆ ਕਰਕੇ ਕਰਦਾ ਮਾਸਟਰ ਜੀ ਕਿ ਜਿਹੜਾ ਨਕਸਲਾਈਟ ਜਿੱਦਾਂ ਹਥਿਆਰਬੰਦ ਘੋੜਾਂ ਦੇ ਰਾਹੀਂ ਜਿਹੜਾ ਹੈ ਉਹ ਸੱਤਾ ਪਰਿਵਰਤਨ ਨਾਲ ਕਰਦੇ ਰਿਹਾ, ਉਹ ਚੀਜ਼ ਨੂੰ ਉਹਦੇ ਨਾਲ ਜੋੜ ਕੇ ਲੋਕਾਂ ਦੇ ਅੱਗੇ ਪੇਸ਼ ਕਰਦੇ ਆ। ਰਾਣਾ ਜੀ, ਮੇਰਾ ਖਿਆਲ ਹੈ ਵੀ ਹਥਿਆਰਬੰਦ ਘੋਲ ਵਾਲਾ ਜਿਹੜਾ ਸਿਲਸਿਲਾ ਨਕਸਲਾਈਟਾਂ ਦਾ ਹੈਗਾ, ਇਹ ਹੌਲੀ ਹੌਲੀ ਦਬਦਾ ਜਾ ਰਿਹਾ। ਇਹ ਵੱਖਰੀ ਗੱਲ ਹੈ ਵੀ ਜਿੱਥੇ ਕਿਤੇ ਸਰਕਾਰ ਦੀ ਸੱਤਾ ਨਹੀਂ ਪੁੱਜਦੀ ਹੈ, ਜਿੱਥੇ ਫੋਰਸਸ ਉਹਨਾਂ ਦੀਆਂ ਨਹੀਂ ਪੁੱਜਦੀਆਂ, ਉੱਥੇ ਉਹ ਆਪਣਾ ਜੋ ਕੁਝ ਕਰਦੇ ਆ ਉਹ ਕਰ ਰਹੇ ਆ। ਲੇਕਿਨ ਇਹ ਗੱਲ ਹਿੰਦੁਸਤਾਨ ਦੀ ਕਮਿਊਨਿਸਟ ਲਹਿਰ ਨੇ ਪ੍ਰਵਾਨ ਕਰ ਲਈ ਹੋਈ ਹੈ ਵੀ ਹਿੰਦੁਸਤਾਨ ਦੇ ਵਿੱਚ ਜੇਕਰ ਮਤਲਬ ਕੋਈ ਤਬਦੀਲੀ ਆਣੀ ਹੈ ਥਰੂ ਡੈਮੋਕ੍ਰੇਸੀ, ਤਾਂ ਥਰੂ ਡੈਮੋਕ੍ਰੇਸੀ ਆਣੀ ਹੈ ਤੇ ਗਿਆਨ ਨਾਲ ਆਣੀ ਹੈ, ਪੀਪਲਸ ਮੋਬਿਲਾਈਜੇਸ਼ਨ ਆਣੀ ਹੈ, ਗਿਆਨ ਨਾਲ ਆਣੀ ਹੈ ਜੀ। ਅੱਛਾ, ਅਸੀਂ ਮੁੜੀਏ ਜੀ ਇਹਨਾਂ ਬਿੱਲਾਂ ਬਾਰੇ, ਕਿਸਾਨੀ ਬਿੱਲਾਂ ਬਾਰੇ ਸਪੈਸੀਫਿਕਲੀ, ਕਿਉਂਕਿ ਵਾਰਤਾ ਕਈ ਵਾਰ ਉੱਧਰ ਦੀ ਉੱਧਰ ਚਲੀ ਜਾਂਦੀ। ਕਿਸਾਨੀ ਬਿੱਲਾਂ ਦੀ ਕੀ ਜ਼ਰੂਰਤ ਪਈ ਸੀ? ਇਹ ਤੁਸੀਂ ਦੱਸ ਦਿੱਤਾ ਕਿ ਉਹ 1991 ਤੋਂ ਜੋ ਆਰਥਿਕ ਨੀਤੀਆਂ ਚੱਲੀ ਆ ਰਹੀਆਂ ਉਸੇ ਕੜੀ ਦੇ ਤਹਿਤ ਸੀ ਕਿ ਇਸ ਖੇਤਰ ਤੇ ਸਰਕਾਰ ਦੀ ਨਜ਼ਰ ਸੀ। ਪਰ ਮੈਂ ਸਰਕਾਰ ਦੇ ਵੱਲ ਤੇ ਪੁੱਛਾਂ ਤੁਹਾਨੂੰ, ਕੀ ਕੋਈ ਸਰਕਾਰ ਇਹ ਕਰ ਸਕਦੀ ਹੈ ਕਿ ਜਿੱਥੇ 80% ਬੰਦੇ ਖੇਤੀ ਸੈਕਟਰ ਨਾਲ ਜੁੜੇ ਹੋਣ, ਉਸ ਖੇਤੀ ਸੈਕਟਰ ਨੂੰ ਤਬਾਹ ਕਰਕੇ, ਤੇ ਜਿਸ ਸਰਕਾਰ ਨੇ ਅੱਗੇ ਫਿਰ 5 ਸਾਲਾਂ ਬਾਅਦ ਲੋਕਾਂ ਤੋਂ ਪ੍ਰਵਾਨਗੀ ਲੈਣੀ ਹੁੰਦੀ ਹੈ, ਕੀ ਉਹ ਐਡੇ ਵੱਡੇ ਵਰਗ ਨੂੰ ਨਾਰਾਜ਼ ਕਰਕੇ ਇੱਕ ਐਡਾ ਵੱਡਾ ਆਤਮਘਾਤੀ ਕਦਮ ਚੱਕ ਸਕਦੀ ਹੈ ਕਿ ਅਸੀਂ 80% ਬੰਦਿਆਂ ਨੂੰ ਨਾਰਾਜ਼ ਕਰਕੇ ਫਿਰ ਉਹਨਾਂ ਦੀ ਕਚਹਿਰੀ 'ਚ ਜਾਈਏ ਤੇ ਉਹਨਾਂ ਤੇ ਪ੍ਰਵਾਨਗੀ ਲੈ ਕੇ ਮੁੜ ਕੇ ਕਿਉਂਕਿ ਅਲਟੀਮੇਟਲੀ ਤਾਂ ਪਾਰਟੀ ਨਾਲ ਜਿਹੜਾ ਹੈ ਸੱਤਾ ਪ੍ਰਾਪਤੀ ਦਾ ਲਕਸ਼ ਹੁੰਦਾ ਹੈ। ਕੀ ਇਹ ਸਰਕਾਰ ਆਤਮਘਾਤ ਕਰ ਸਕਦੀ ਹੈ ਇੱਦਾਂ ਦਾ? ਬਹੁਤ ਸ਼ਾਨਦਾਰ ਸਵਾਲ ਹੈ ਤੁਹਾਡਾ, ਕਿਉਂਕਿ ਇਸ ਵੇਲੇ ਜੋ ਸਥਿਤੀ ਬਣੀ ਹੋਈ ਹੈ ਉਹਦੇ ਨਾਲ ਇੰਜ ਲੱਗਦਾ ਵੀ ਸ਼ਾਇਦ ਇਹ ਆਤਮਘਾਤ ਨਾ ਕਿਤੇ ਕਰ ਲਵੇ ਆਪਣੇ ਫਿਊਚਰ ਦਾ ਬੀਜੇਪੀ ਸਰਕਾਰ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ, ਇੱਥੇ ਗਰੀਬੀ ਹਟਾਓ ਦੇ ਨਾਂ ਦੇ ਉੱਤੇ ਸੱਤਾ ਦੇ ਉੱਤੇ ਕਬਜ਼ਾ ਕੀਤਾ ਗਿਆ, ਮਤਲਬ ਬਹੁਤ ਵੱਡੇ ਉਹਦੇ 'ਚ ਆਕਾਰ 'ਚ। ਤੇ ਉਸ ਤੋਂ ਬਾਅਦ ਹੁਣ ਵੀ ਮੈਂ ਇਹ ਗੱਲ ਕਹਿੰਦਾ ਸੀਗਾ ਵੀ ਇਹ ਪੋਲੀਟੀਕਲ ਪਾਰਟੀਆਂ ਜਿਹੜੀਆਂ ਹੈਗੀਆਂ ਦੋ ਵਾਅਦੇ ਕਰਦੀਆਂ, ਇੱਕ ਚਪਾੜ 'ਚ ਕਰਦੀਆਂ, ਲੋਕਾਂ ਦੇ ਇਕੱਠ 'ਚ ਕਰਦੀਆਂ, ਤੇ ਇੱਕ ਜਿਹੜਾ ਹੈ 5 ਸਟਾਰ ਹੋਟਲ 'ਚ ਕਰਦੀਆਂ। ਮੈਂ ਕਿਤੇ ਇਹ ਗੱਲ ਕਹੀ ਸੀਗੀ ਆਪਣੇ ਆਰਟੀਕਲ ਦੇ ਵਿੱਚ ਵੀ ਕਿਸਾਨੂੰ ਗੁੱਸਾ ਨਾ ਕਰਿਓ ਇਸ ਗੱਲ ਦਾ ਵੀ ਤੁਹਾਤੋਂ ਵੋਟਾਂ ਲੈਣ ਲਈ ਤੁਹਾਨੂੰ 6000 ਰੁਪਈਆ ਸਾਲ ਦਾ ਜਿਹੜਾ ਹੈਗਾ ਉਹਨੇ ਦੇ ਦਿੱਤਾ, ਤੁਹਾਡੇ ਨਾਲ ਇਹ ਵਾਅਦੇ ਕੀਤੇ ਸੀ ਉਹਨਾਂ ਨੇ ਚਪਾਲ ਦੇ ਵਿੱਚ, ਤੁਹਾਡੇ ਇਕੱਠਾਂ ਦੇ ਵਿੱਚ ਵੋਟਾਂ ਲੈਣ ਲਈ ਜੀ। ਵੋਟਾਂ ਦੇ ਦੌਰਾਨ ਹੀ ਉਹਨਾਂ ਨੇ 5 ਸਟਾਰ ਹੋਟਲਾਂ ਦੇ ਵਿੱਚ ਵਾਅਦੇ ਕੀਤੇ ਸੀਗੇ ਅਡਾਨੀ ਅਬਾਨੀ ਦੇ ਨਾਲ। ਹੁਣ ਜੋ ਕੀਤਾ ਜਾ ਰਿਹਾ ਉਹ ਅਡਾਨੀ ਅਬਾਨੀ ਦੇ ਵਾਅਦੇ ਪੂਰੇ ਕਰਨ ਵਾਸਤੇ ਕੀਤਾ ਜਾ ਰਿਹਾ ਹੈ। ਤੁਹਾਡਾ ਹਿੱਸਾ ਤੁਹਾਨੂੰ ਮਿਲ ਗਿਆ, ਤੁਹਾਨੂੰ ਮਿਲ ਗਿਆ। ਹੁਣ ਇਸ ਕਰਕੇ ਗਾਹਾਂ ਇੱਕ ਬੋਟਲਨੈਕ ਆ ਰਿਹਾ ਇਹਨਾਂ ਪਾਰਟੀਆਂ ਵਾਸਤੇ ਵੀ ਕਿਆ ਇਹ ਇਹਨਾਂ ਛੋਟੀਆਂ ਚੀਜ਼ਾਂ ਨੂੰ ਸੁੱਟ ਕੇ ਸਿਲੰਡਰ ਵੰਡ ਦਿੱਤੇ, ਜੇ ਕਰ ਦਿੱਤਾ ਉਹ ਕਰ ਦਿੱਤਾ, ਕਿਆ ਉਹ ਮੁੜ ਕੇ ਸੱਤਾ ਹਾਸਲ ਕਰ ਸਕਦੀ ਹੈ? ਇਹ ਚੀਜ਼ ਜਿਹੜੀ ਹੈਗੀ ਆ ਉਹ ਹੌਲੀ ਹੌਲੀ ਇਹਨਾਂ ਦੇ ਹੱਥੋਂ ਖੁਰਦੀ ਜਾ ਰਹੀ ਆ। ਹੁਣ ਏਜੰਡਾ ਹੀ ਮੂਹਰੇ ਆਏਗਾ। ਐਨੀ ਪੋਲੀਟੀਕਲ ਸਟੂਪਿਡਿਟੀ ਕੋਈ ਕਰ ਸਕਦਾ? ਯੈਸ, ਆਹ ਗੱਲ ਹੈ ਤੁਹਾਡੀ, ਮੈਂ ਮੰਨਦਾ ਇਸ ਗੱਲ ਨੂੰ। ਲੇਕਿਨ ਗੱਲ ਇਹ ਹੈ ਵੀ ਜਿਹੜਾ ਇਸ ਵੇਲੇ ਜੋ ਨੈਰੇਟਿਵ ਆ ਗਿਆ ਨਾ, ਜਾਣੀ ਇਹ ਵੀ ਗੱਲ ਉੱਠਣ ਲੱਗ ਗਈ ਵੀ ਕਿਸਾਨ ਜਿਹੜੇ ਹੈਗੇ ਆ ਉਹ 6000 ਰੁਪਏ ਨੂੰ ਉਹ ਰਿਜੈਕਟ ਕਰ ਦੇਣਗੇ ਤੇ ਉਹ ਕਹਿਣਗੇ ਵੀ ਸਾਨੂੰ, ਕਿਉਂਕਿ ਉਹਨਾਂ ਨੇ ਕੈਲਕੂਲੇਟ ਕਰਨਾ ਸ਼ੁਰੂ ਕਰ ਲਿਆ ਵੀ 6000 ਰੁਪਈਆ ਸਾਡੇ ਕੋਲ ਇੱਧਰੋਂ ਲਿਆ ਤੇ ਇੱਧਰੋਂ 18000 ਰੁਪਈਆ ਲੈ ਲਿਆ। ਤੇ ਇਸ ਕਰਕੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਨਹੀਂ ਚੱਲਣੀ। ਆਤਮਘਾਤੀ ਉਹਨਾਂ ਦਾ ਬਿਲਕੁਲ ਹੈਗਾ ਸੀ, ਲੇਕਿਨ ਉਹਨਾਂ ਨੂੰ ਮਾਣ ਸੀ ਇਸ ਗੱਲ ਦਾ ਵੀ ਅਸੀਂ ਗਰੀਬੀ ਹਟਾਓ ਦੇ ਨਾਅਰੇ ਤੇ ਲੈ ਲਵਾਂਗੇ, ਅਸੀਂ ਹਿੰਦੂ ਰਾਸ਼ਟਰਵਾਦ ਦੇ ਨਾਅਰੇ ਤੇ ਲੈ ਲਵਾਂਗੇ, ਅਸੀਂ ਕਿਸਾਨਾਂ ਨੂੰ 2000 ਰੁਪਈਆ ਦੇ ਕੇ ਮਤਲਬ 4 ਮਹੀਨੇ ਤੋਂ ਬਾਅਦ ਇਹ ਸਮਥਿੰਗ ਲਾਈਕ ਦੈਟ। ਇੱਦਾਂ ਜਾਣੀ ਉਹਨਾਂ ਦੇ ਜਿੰਨੇ ਪਲਾਅ ਸੀਗੇ ਉਹ ਸਾਰੇ ਜਿਹੜੇ ਹੈ ਉਹ ਫੇਲ ਹੋ ਰਹੇ। ਸਰਕਾਰ ਦੇ ਨਜ਼ਰੀਏ ਤੋਂ ਫਿਰ ਤੁਹਾਡੇ ਤੋਂ ਸਵਾਲ ਪੁੱਛਦਾ, ਕਿਸਾਨੀ ਸੰਕਟ 'ਚ ਸਾਰਿਆਂ ਨੂੰ ਪਤਾ ਹੈ, ਕਰੈਕਟ। ਕਿਸਾਨੀ ਤੇ ਕਿਸਾਨ ਦੇ ਖੇਤੀ ਦੇ ਤਰੀਕੇ ਜੋ ਵਰਤਮਾਨ 'ਚ ਹੈ ਉਹ ਪ੍ਰਬੰਧ ਨਾਕਾਫੀ ਹੈ, ਉਹਦੇ 'ਚ ਸੁਧਾਰ ਦੀ ਬਹੁਤ ਗੁੰਜਾਇਸ਼ ਹੈ। ਇਹ ਸਾਰਿਆਂ ਨੂੰ ਪਤਾ। ਅਸੀਂ ਸਾਰੇ ਕਹਿੰਦੇ ਰਹੇ ਹਾਂ ਕਿ ਕਿਸਾਨੀ ਨੂੰ ਜਾਂ ਖੇਤੀ ਕਰਨ ਦੇ ਢੰਗਾਂ ਨੂੰ ਨਵੀਂ ਤੌਰ 'ਤੇ ਵਿਉਂਤਣਾ ਚਾਹੀਦਾ। ਜੇ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਤੇ ਉਹਦਾ ਵਿਰੋਧ ਹੋ ਰਿਹਾ, ਇਹਦਾ ਮਤਲਬ ਕੀ ਹੈ ਕਿ ਸਾਨੂੰ ਪੁਰਾਣਾ ਢੰਗ ਹੀ ਅਪਣਾਉਂਦੇ ਰਹਿਣਾ ਚਾਹੀਦਾ ਜਿਹਨੇ ਸਾਨੂੰ ਖੁਦਕੁਸ਼ੀਆਂ ਦਿੱਤੀਆਂ,
ਜਿਨ੍ਹਾਂ ਸਾਨੂੰ ਕਰਜ਼ੇ ਦਿੱਤੇ, ਜਿਨ੍ਹਾਂ ਸਾਡੀ ਜ਼ਮੀਨ ਦੀ ਉਪਜਾਇਕਤਾ ਜਿਹੜੀ ਖਤਮ ਕਰਤੀ, ਕੀ ਨਵੀਂ ਤਰ੍ਹਾਂ ਸੋਚਣਾ, ਨਵੇਂ ਢੰਗ ਤਰੀਕੇ ਅਪਣਾਉਣੇ, ਸੁਧਾਰ ਕਰਨ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ? ਵੱਡਾ ਪ੍ਰਸ਼ਨ ਹੈ ਤੁਹਾਡਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸੁਧਾਰਾਂ ਦੀ ਲੋੜ ਸੀਗੀ, ਖੁਦਕੁਸ਼ੀਆਂ ਤੋਂ ਕਿਸਾਨਾਂ ਨੂੰ ਕੱਢਣ ਦੀ ਲੋੜ ਸੀਗੀ, ਲੇਕਿਨ ਸਵਾਲ ਇਸ ਗੱਲ ਦਾ ਵੀ ਉਹ ਖੁਦਕੁਸ਼ੀਆਂ ਦਾ ਕਾਰਨ ਇਹ ਨਹੀਂ ਸੀ ਕਿ ਉਹਨਾਂ ਨੂੰ ਇਹ ਐਕਟ 3 ਨਹੀਂ ਮਿਲੇ ਹੋਏ ਸੀ। ਉਹਨਾਂ ਦਾ ਕਾਰਨ ਇਹ ਸੀ ਕਿ ਜੋ ਤੁਸੀਂ ਪਹਿਲਾਂ ਕਿਹਾ ਹੈ, ਖੇਤੀ ਸੈਕਟਰ ਦੇ ਵਿੱਚ ਸੁਧਾਰਾਂ ਦੀ ਲੋੜ ਸੀ। ਬਹੁਤ ਸ਼ਾਨਦਾਰ ਤੁਹਾਡਾ ਕੁਐਸਚਨ ਹੈ। ਇਹਦੇ ਵਿੱਚ ਇੱਕ ਨਵੀਂ ਚੀਜ਼ ਇਹ ਆ ਗਈ ਵੀ ਹੁਣ ਖੇਤੀ ਸੈਕਟਰ ਦੇ ਵਿੱਚ ਇੱਕ ਮਾਡਲ ਦੀ ਲੜਾਈ ਹੈ ਵੀ ਮਾਡਲ ਜਿਹੜਾ ਹੈ ਅਡਾਨੀ ਅਬਾਨੀ ਵਾਲਾ ਚੱਲੇਗਾ, 3 ਐਕਟਾਂ ਵਾਲਾ ਚੱਲੇਗਾ, ਜਾਂ ਉਸ ਸੈਕਟਰ ਦੇ ਵਿੱਚ ਵੰਨ ਸੁਵੰਨਤਾ ਜਿਹੜੀ ਹੈਗੀ ਆ ਉਹ ਸਰਕਾਰ ਅੱਗੇ ਹੋ ਕੇ ਵੰਨ ਸੁਵੰਨਤਾ ਨੂੰ ਪ੍ਰੋਤਸਾਹਿਤ ਕਰੇ ਅਤੇ ਵੈਲਿਊ ਚੇਨ ਜਿਹੜੀ ਹੈਗੀ ਆ ਉਹ ਖੇਤੀ ਪ੍ਰੋਡਕਟਸ ਦੀ ਵਧਾਏ, ਅਤੇ ਉਹਦੇ ਵਿੱਚ ਪ੍ਰਾਈਵੇਟ ਪਲੇਅਰ ਆਉਣੇ ਚਾਹੀਦੇ। ਲੇਕਿਨ ਪ੍ਰਾਈਵੇਟ ਪਲੇਅਰਸ ਦੇ ਵਿੱਚ ਸਰਕਾਰ ਵੀ ਇੱਕ ਪਲੇਅਰ ਹੋਣੀ ਚਾਹੀਦੀ ਹੈ, ਕਿਉਂਕਿ ਲੋਕਾਂ ਦੀ ਨੁਮਾਇੰਦਾ ਤਾਂ ਸਰਕਾਰ ਹੈ ਉਹਨਾਂ ਪਲੇਅਰਾਂ ਦੇ ਵਿੱਚ, ਅਡਾਨੀ ਅਬਾਨੀ ਤਾਂ ਹੈ ਨਹੀਂ। ਲੇਕਿਨ ਸਰਕਾਰ ਜਿਹੜੀ ਹੈ ਉਹ ਲੋਕਾਂ ਦੀ ਨੁਮਾਇੰਦਾ ਵੀ ਹੈ, ਪਲੇਅਰ ਵੀ ਬਣੇ ਅਤੇ ਬਿਸਲ ਵੀ ਉਹਦੇ ਹੱਥ 'ਚ ਹੋਵੇ। ਇਹਦੇ ਨਾਲ ਮਤਲਬ ਜਿਹੜਾ ਹੈਗਾ ਨਾ, ਇਹੀ ਤਾਂ ਸਰਕਾਰ ਕਹਿ ਰਹੀ ਹੈ ਕਿ ਇਹ ਦੋਵੇਂ ਪੈਰਲਲ ਚੱਲ ਰਹੇ ਆ। ਅਸੀਂ APMC ਨੂੰ ਖਤਮ ਨਹੀਂ ਕੀਤਾ, ਉਹਦੇ ਪੈਰਲਲ ਅਸੀਂ ਪ੍ਰਾਈਵੇਟ ਇਨਵੈਸਟਮੈਂਟ ਨੂੰ ਜਿਹੜਾ ਉਤਸ਼ਾਹਿਤ ਕਰ ਰਹੇ ਹਾਂ। ਮੰਡੀਆਂ ਰਹਿਣਗੀਆਂ, ਉਹਦੇ ਬਰਾਬਰ ਮੰਡੀਆਂ ਹੋਣਗੀਆਂ। ਅਸੀਂ MSP ਖਤਮ ਨਹੀਂ ਕਰ ਰਹੇ। ਜੇ ਤੁਹਾਨੂੰ ਲੱਗਦਾ MSP ਤੋਂ ਜ਼ਿਆਦਾ ਤੁਹਾਨੂੰ ਬਾਜ਼ਾਰ 'ਚ ਕਿਤੇ ਮਿਲਦਾ, ਤੁਸੀਂ ਉੱਥੇ ਲੈ ਕੇ ਜਾਓ। ਜਿਹੜੇ ਮਾਡਲ ਦੀ ਤੁਸੀਂ ਇਸ ਵੇਲੇ ਵਕਾਲਤ ਕੀਤੀ ਹੈ, ਸਰਕਾਰ ਦਾ ਵੀ ਕਹਿਣਾ ਹੈ ਕਿ ਬਿਲਕੁਲ ਸੇਮ ਉਹੀ ਮਾਡਲ ਹੈ ਇਹ। ਅਸੀਂ ਕੰਪੀਟੀਟਿਵਨੈਸ ਜਿਹੜਾ ਹੈ ਉਹ ਲੈ ਕੇ ਆਏ ਹਾਂ, ਨਾ ਕਿ ਖਤਮ ਕੀਤਾ। ਰਾਣਾ ਜੀ, ਉਹਦੇ ਵਿੱਚ ਇੱਦਾਂ ਹੈ ਬਈ ਫਿਲਾਸਫੀ ਦਾ ਵਿੱਚ ਇੱਕ ਗੱਲ ਹੈਗੀ ਆ ਵੀ ਰਿਐਲਿਟੀ ਇਜ਼ ਆਲਵੇਜ਼ ਸਟਰੋਂਗਰ ਦੈਨ ਪੋਸੀਬਿਲਿਟੀ। ਜਿਹੜੀ ਸੱਚਾਈ ਹੈ, ਜਿਹੜਾ ਯਥਾਰਥ ਹੈ, ਉਹ ਸੰਭਾਵਨਾ ਨਾਲੋਂ ਹਮੇਸ਼ਾ ਤਕੜਾ ਹੁੰਦਾ। ਉਹ ਜਿਹਦਾ ਅਸੀਂ ਪਿੱਛੇ ਜ਼ਿਕਰ ਕੀਤਾ ਕਿ ਜਿੱਦਾਂ ਚੱਲਦਾ ਆ ਰਿਹਾ। ਹਾਂ, ਨਹੀਂ, ਕਿਸਾਨਾਂ ਨੇ ਆਪਣੀ ਪਰਸੈਪਸ਼ਨ, ਨੋ ਰਿਐਲਿਟੀ ਇਹ ਹੈ ਕਿ ਪਹਿਲਾਂ ਵੀ ਖੁੱਲੀ ਮੰਡੀ ਹੈਗੀ ਸੀ ਜੀ। ਰਿਐਲਿਟੀ ਇਹ ਹੈ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਮਾਡਲ ਨਵਾਂ ਅਪਣਾਇਆ ਗਿਆ। ਰਿਐਲਿਟੀ ਇਹ ਹੈ ਕਿ ਜਿੱਥੇ ਜਿੱਥੇ ਵੀ ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਖੁੱਲ੍ਹਿਆ ਹੈ, ਉਹਨੇ ਕੋਈ ਲੋਕਾਂ ਨੂੰ ਰਾਹਤ ਨਹੀਂ ਦਿੱਤੀ। ਚਾਹੇ ਤੁਸੀਂ ਐਜੂਕੇਸ਼ਨ ਦੀ ਗੱਲ ਲੈ ਲਓ, ਤੁਸੀਂ ਕਹੋਗੇ ਇਹ ਗੱਲ ਵੀ ਐਜੂਕੇਸ਼ਨ ਜਿਹੜੀ ਹੈ ਉਹਦੇ 'ਚ ਬੜਾ ਜੀ ਸੁਧਾਰ ਆਇਆ, ਲੇਕਿਨ ਮੈਂ ਇਹ ਗੱਲ ਕਹਾਂਗਾ ਕਿ ਗਰੀਬ ਲੋਕਾਂ ਕੋਲੋਂ ਖੋਹ ਲਈ ਗਈ। ਹੈਲਥ ਦਾ ਵੀ ਇਹੀ ਹਾਲ ਹੈ। ਹੈਲਥ ਦਾ ਵੀ ਇਹੀ ਹਾਲ ਹੈ। ਇਸ ਕਰਕੇ ਪ੍ਰਾਈਵੇਟਾਈਜੇਸ਼ਨ ਜਿਹੜੀ ਹੈ ਉਹ ਕੋਈ ਪਨਾਸ਼ਾ ਨਹੀਂ ਹੈ, ਉਹ ਕੋਈ ਅਕਸੀਰ ਨਹੀਂ ਹੈ। ਅਤੇ ਸਰਕਾਰ ਨੂੰ ਪਲੇਅਰ ਵਜੋਂ ਵੀ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵਿਸਲ ਬਲੋਅਰ ਵੱਲੋਂ ਵੀ ਵਿੱਚ ਰਹਿਣਾ ਚਾਹੀਦਾ ਹੈ। ਅੱਛਾ, ਚਲੋ ਆਪਾਂ ਹੁਣ ਸੰਘਰਸ਼ ਦੀ ਗੱਲ ਕਰ ਲੈਂਦੇ ਹਾਂ। ਆਪਾਂ ਜਿਹੜਾ ਸੰਘਰਸ਼ ਚੱਲ ਰਿਹਾ, ਇਸ ਸੰਘਰਸ਼ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਚੁਣੌਤੀਆਂ ਆਈਆਂ, ਤੁਸੀਂ ਕਿਹਾ ਕਿ ਉਹ ਸਰ ਕਰ ਲਈਆਂ ਗਈਆਂ। ਵਰਤਮਾਨ 'ਚ ਜਿਹੜੀ ਲੀਡਰਸ਼ਿਪ ਹੈ ਉਹਦੇ ਅੱਗੇ ਕੀ ਚੁਣੌਤੀਆਂ? ਕਿਉਂਕਿ ਸਰਕਾਰ ਨੇ ਉਹਨਾਂ ਅੱਗੇ ਇੱਕ ਪ੍ਰਪੋਜ਼ਲ ਪੇਸ਼ ਕੀਤਾ, ਉਸ ਪ੍ਰਪੋਜ਼ਲ ਨੂੰ ਉਹਨਾਂ ਨੇ ਰਿਜੈਕਟ ਕਰਤਾ। ਉਹ ਹਾਂ ਜਾਂ ਨਾ 'ਤੇ ਅੜੇ ਹੋਏ ਨੇ ਕਿ ਇਹਨਾਂ ਬਿੱਲਾਂ ਨੂੰ ਜਾਂ ਤੁਸੀਂ ਟੋਟਲੀ ਵਾਪਸ ਲਾਓ, ਇਹ 'ਚ ਸੁਧਾਰ ਅਸੀਂ ਦੀ ਪਹਿਲਾਂ ਮੰਗ ਕਰਦੇ ਸੀ, ਹੁਣ ਸੁਧਾਰ ਤੋਂ ਵੀ ਉਹ ਨਾਬਰ ਰਹੇ ਕਿ ਸੁਧਾਰਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ, ਅਸੀਂ ਇਹਨੂੰ ਰਿਜੈਕਟ ਕਰਦੇ ਹਾਂ। ਤੁਸੀਂ ਸੰਘਰਸ਼ਾਂ 'ਚ ਵੀ ਰਹੇ ਹੋ, ਇਸ ਵੇਲੇ ਕਿਸਾਨਾਂ ਦੀ ਸਟ੍ਰੈਟਜੀ ਕਿੰਨੀ ਕੁ ਕਾਮਯਾਬ ਹੈ ਕਿ ਹਾਂ ਜਾਂ ਨਾ 'ਤੇ ਅੜੇ ਹੋਏ ਨੇ, ਆਪਣਾ ਸਟੈਂਡ ਥੋੜ੍ਹਾ ਵੀ ਡਾਇਲਿਊਟ ਕਰਨ ਲਈ ਤਿਆਰ ਨਹੀਂ ਹੈ? ਕਿਸਾਨਾਂ ਅੱਗੇ ਜੇ ਲਾਰਜਰ ਪਰਸਪੈਕਟਿਵ ਚੁਣੌਤੀਆਂ ਕੀ ਨੇ? ਰਾਣਾ ਜੀ, ਇਹ ਬਹੁਤ ਤੁਹਾਡਾ ਸਵਾਲ ਜਿਹੜਾ ਹੈਗਾ ਨਾ, ਰੀਅਲੀ ਮਤਲਬ ਬਹੁਤ ਹੀ ਬਰਨਿੰਗ ਕੁਐਸਚਨ ਹੈ ਇਹ। ਸਵਾਲ ਇਸ ਗੱਲ ਦਾ ਹੈ ਵੀ ਕਿਸਾਨਾਂ ਦੀ ਨਾ ਔਰ ਹਾਂ ਜਿਹੜੀ ਹੈ ਇੱਕ ਪਾਸੇ, ਔਰ ਉਹਨਾਂ ਦੀ ਪੱਕੀ ਨਾ ਇੱਕ ਪਾਸੇ। ਇਹਨਾਂ ਦੇ ਦਰਮਿਆਨ ਜਿਹੜਾ ਸੁਪਰੀਮ ਕੋਰਟ ਨੇ ਇੱਕ ਮਾੜਾ ਜਿਹਾ ਇਸ਼ਾਰਾ ਕੀਤਾ ਹੈ ਨਾ, ਇਸ਼ਾਰਾ ਮਾਤਰ, ਵੀ ਕੀ ਤੁਸੀਂ ਇਹਨਾਂ ਬਿੱਲਾਂ ਨੂੰ ਔਨ ਹੋਲਡ ਨਹੀਂ ਰੱਖ ਸਕਦੇ? ਇਹ ਚੀਜ਼ ਜਿਹੜੀ ਹੈਗੀ ਆ, ਮੈਨੂੰ ਲੱਗਦਾ ਵੀ ਅਲਟੀਮੇਟਲੀ ਇਹ ਚੀਜ਼ ਬਣ ਜਾਣੀ ਆ, ਇਹ ਠੰਡੇ ਬਸਤੇ ਚੱਲ ਜਾਣੇ ਆ 3 ਕਾਨੂੰਨ, ਅਤੇ ਸਰਕਾਰ ਇਹ ਬਚ ਗਈ ਕਿ ਉਹਨਾਂ ਨੇ ਰਿਪੀਲ ਨਹੀਂ ਕੀਤੇ ਅਤੇ ਕਿਸਾਨਾਂ ਦਾ ਮੁੱਦਾ ਇਹ ਹੱਲ ਹੋ ਗਿਆ ਕਿ ਉਹ 3 ਕਾਨੂੰਨਾਂ ਤੋਂ ਬਚ ਗਏ। ਲੇਕਿਨ ਇਸ ਦੇ ਬਾਅਦ ਵੀ ਮੈਂ ਇਹ ਗੱਲ ਕਹਾਂਗਾ ਕਿ ਜੇ ਇਹ 3 ਕਾਨੂੰਨ ਛਿੱਕੇ 'ਤੇ ਵੀ ਟੰਗੇ ਗਏ ਜਾਂ ਮਤਲਬ ਰਿਪੀਲ ਤਾਂ ਚਲੋ ਨਹੀਂ ਹੋਣੇ ਆ, ਤਾਂ ਕੀ ਕਿਸਾਨ ਮੁੱਦੇ ਜਿਹੜੇ ਹੈਗੇ ਹੱਲ ਹੋ ਗਏ? ਹੱਲ ਉੱਥੇ ਹੀ ਹੋਣਾ ਜਿਹੜੀ ਗੱਲ ਤੁਸੀਂ ਕਹੀ ਹੈ ਵੀ ਕਿਸੇ ਨਵੇਂ ਮਾਡਲ ਦੀ ਲੋੜ ਹੈ, ਜਿਹਦੇ ਵਿੱਚ ਪੰਜਾਬ ਦੀ ਤਾਂ ਬਹੁਤ ਚਿੰਤਾ ਵਾਲੀ ਗੱਲ ਹੈ। ਪੰਜਾਬ ਦੀ ਮਿੱਟੀ ਬਚਾਉਣ ਦੀ ਲੋੜ ਹੈ, ਪੰਜਾਬ ਦਾ ਵਾਤਾਵਰਣ ਪਾਣੀ ਬਚਾਉਣ ਦੀ ਲੋੜ ਹੈ, ਅਤੇ ਈਵਨ ਜਿਹੜੀ ਫਸਲਾਂ ਦੀ ਕੁਆਲਿਟੀ ਆ ਉਹ ਬਚਾਉਣ ਦੀ ਲੋੜ ਹੈ, ਅਤੇ ਉਹ ਤਾਂ ਬਚਣੀ ਹੈ ਜੇ ਨਹੀਂ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ, ਮੈਂ ਤੁਹਾਡੇ ਤੋਂ ਇਸ ਕਰਕੇ ਪੁੱਛਣਾ ਚਾਹੁੰਦਾ ਸੀ ਕਿ ਸੰਘਰਸ਼ਾਂ 'ਚ ਕਈ ਵਾਰ ਲੀਡਰਸ਼ਿਪ ਵੀ ਪ੍ਰੈਸ਼ਰ ਥੱਲੇ ਹੁੰਦੀ ਹੈ ਕਿ ਜੋ ਥੱਲੇ 'ਤੇ ਆਵਾਜ਼ਾਂ ਆਉਂਦੀਆਂ ਅਸੀਂ ਉਹਨੂੰ ਈਕੋ ਕਰਨਾ ਹੈ। ਆਪਣੀ ਗੱਲ ਮਨਵਾਉਣ ਲਈ ਜੇ ਅੱਜ ਕਿਸਾਨ ਜਥੇਬੰਦੀਆਂ ਚਾਹਣ ਵੀ ਕਿ ਅਸੀਂ ਆਪਣਾ ਸਟੈਂਡ ਥੋੜ੍ਹਾ ਜਿਹਾ ਡਾਇਲਿਊਟ ਕਰਨਾ ਅਤੇ ਥੱਲੇ ਤੋਂ ਜਿਹੜੇ ਹੈ ਬੰਦੇ ਉਹਨਾਂ ਤੋਂ ਡਾਇਲਿਊਟ ਹੋਣ ਨਹੀਂ ਦੇਣਾ, ਇਹ ਤੁਹਾਨੂੰ ਲੱਗਦਾ ਕਿ ਕਿਸਾਨ ਯੂਨੀਅਨ ਲਈ ਸਮੱਸਿਆ ਹੈ ਕਿ ਆਪਣੀ ਗੱਲ ਜਾਂ ਬੈਕ ਟਰੈਕ ਕਰਨਾ ਇਸ ਵੇਲੇ ਉਹਨਾਂ ਲਈ ਔਖਾ ਹੋਇਆ? ਵੱਡਾ ਔਖਾ ਹੈ। ਕਿਸਾਨ ਜਿਹੜੇ ਲੀਡਰਸ਼ਿਪ ਹੈਗੀ ਆ ਉਹਦੇ ਵਾਸਤੇ ਬਹੁਤ ਵੱਡੀ ਇਹ ਚੁਣੌਤੀ ਹੈ, ਕਿਉਂਕਿ ਆਪੇ ਹੀ ਉਹਨਾਂ ਨੇ, ਕਿਉਂਕਿ ਇਹ ਸਾਰਾ ਆਪ ਮੁਹਾਰਾ ਸੀ। ਨਹੀਂ, ਇਹ ਚੀਜ਼ ਆਪੇ ਹੀ ਨੈਰੇਟਿਵ ਜਿਹੜਾ ਹੈ ਹੇਠਾਂ ਸੈੱਟ ਕਰ ਦਿੱਤਾ ਅਤੇ ਉਹਦੇ ਵਿੱਚੋਂ ਹੁਣ ਈਕੋ ਆ ਰਹੀ ਹੈ।
ਇਕੋ ਤਾਂ ਇਹਨਾਂ ਦੀ ਦਿੱਤੀ ਹੋਈ ਆਵਾਜ਼ ਦੀ ਹੈ, ਹੇਠ ਵਾਲਿਆਂ ਨੇ ਤਾਂ ਨਹੀਂ ਕਿਹਾ ਸੀਗਾ। ਹੇਠ ਵਾਲੇ ਤਾਂ ਜੇ ਇਹ ਕਹਿ ਦਿੰਦੇ ਵੀ ਅਸੀਂ ਇਹਦੇ ਵਿੱਚ ਸੋਧਾਂ ਕਰਾਉਣੀਆਂ ਹੈ ਤਾਂ ਉਹ ਸੋਧਾਂ ਪ੍ਰਵਾਨ ਹੋ ਜਾਣੀਆਂ ਤੇ ਹੇਠੋਂ। ਹੁਣ ਹੇਠਾਂ ਇਹਨਾਂ ਨੇ ਉਹ ਗੱਲ ਜਿਹੜੀ ਸਿੱਟ ਦਿੱਤੀ ਆ, ਉਹ ਤੋਂ ਪਿੱਛੇ ਹਟਣਾ ਇਹਨਾਂ ਵਾਸਤੇ ਬੜਾ ਮੁਸ਼ਕਲ ਹੈ। ਹਾਂ, ਇਹ ਵੱਖਰੀ ਗੱਲ ਹੈ ਵੀ ਜੇ ਹੇਠੋਂ ਹੀ ਲੋਕ ਕਹਿਣ ਵੀ ਮਤਲਬ ਠੀਕ ਹੈ ਜੀ ਤੁਸੀਂ ਆਹ ਸੋਧਾਂ ਕਰਾ ਦਿਓ ਤੇ ਠੀਕ ਆ, ਮਤਲਬ ਅਸੀਂ ਉਹਦੇ ਨਾਲ ਸੈਟੀਸਫਾਈਡ ਹੈ, ਇਹ ਆਪਣੇ ਤੌਰ ਤੇ ਹੁਣ ਫੈਸਲਾ ਲੈਣ ਜੋਗੇ ਨਹੀਂ ਹੈ। ਹੁਣ ਤਾਂ ਕਿਸਾਨ ਹੀ ਹੇਠਾਂ ਜਿਹੜੀ ਦੁਨੀਆ ਗਈ ਹੋਈ ਹੈ ਨਾ, ਉਹਨਾਂ ਵੱਲੋਂ ਕਿਸੇ ਤਰੀਕੇ ਦੇ ਨਾਲ ਕੋਈ ਇੱਦਾਂ ਦਾ ਮੈਕੈਨਿਜ਼ਮ ਡਿਵੈਲਪ ਹੋ ਜਾਏ ਜਿਹਦੇ ਨਾਲ ਮਤਲਬ ਕੋਈ ਸੰਕੇਤ ਇੱਦਾਂ ਦਾ ਜਾਵੇ ਵੀ ਇਹ ਜਿਹੜੇ ਹੇਠਾਂ ਲੋਕ ਆਏ ਹੋਏ ਆ ਲੜਨ ਵਾਸਤੇ, ਇਹ ਹੈ ਨਾ ਇਹਨਾਂ ਗੱਲਾਂ ਦੇ ਉੱਤੇ ਰਾਜੀ ਹੋ ਸਕਦੇ ਆ। ਤੇ ਗੱਲ ਜਿਹੜੀ ਹੈਗੀ ਆ ਉਹ ਮੁੜ ਕੇ ਫੇਰ ਇੱਥੇ ਹੀ ਹੈ ਵੀ ਕਿਸਾਨਾਂ ਨੂੰ ਨਵੇਂ ਮਾਡਲ ਲਈ ਦੇਖੋ ਇਸ ਵੇਲੇ ਜਿੱਥੇ ਪੀਕ ਤੇ ਪੁੱਜੀ ਹੋਈ ਹੈ, ਇਹਨਾਂ ਨੂੰ 3 ਐਕਟ ਵਾਪਸ ਕਰਾਉਣਾ ਇੱਕ ਮੁੱਦਾ ਨਹੀਂ ਹੈ ਜੀ। ਇਹਨਾਂ ਨੂੰ ਕਿਸੇ ਖੇਤੀ ਦੇ ਉਸ ਮਾਡਲ ਨੂੰ ਲਿਆਉਣ ਦੀ ਲੋੜ ਹੈ ਜਿਹਦੇ ਵਿੱਚ ਇਹ ਕਣਕ ਔਰ ਝੋਨੇ ਦੀ ਖੇਤੀ ਤੋਂ ਖਹਿੜਾ ਛਡਾ ਕੇ, ਚਲੋ ਖੇਤੀ ਦਾ ਮਾਡਲ ਵੀ ਹੋ ਗਿਆ ਤੇ ਉਹ ਤੋਂ ਬਾਅਦ ਜਿਹੜਾ ਸੰਘਰਸ਼ ਦਾ ਮਾਡਲ ਵੀ ਹੋ ਗਿਆ। ਸਿਆਸੀ ਮਾਡਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਗੱਲ ਕਰ ਲਈਏ ਜੇ ਪੰਜਾਬ ਦੇ ਸੰਦਰਭ 'ਚ ਹੀ ਗੱਲ ਕਰ ਲਈਏ, ਰਾਸ਼ਟਰੀ ਸੰਦਰਭ 'ਚ ਨਾ ਗੱਲ ਕਰੀਏ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਪੋਲੀਟੀਕਲ ਰੀਪਰਕਸ਼ਨਸ ਪੰਜਾਬ ਲਈ, ਪੰਜਾਬ ਦੇ ਪੋਲੀਟੀਕਲ ਜੋ ਮੈਪ ਹੈ ਉਹਦੇ ਵਾਸਤੇ ਕੀ ਹੋ ਸਕਦੇ? ਬਹੁਤ ਗਹਿਰਾ ਸਵਾਲ ਹੈ ਤੁਹਾਡਾ, ਵੈਸੇ ਰੀਅਲੀ ਜਾਣੀ ਗਹਿਰਾ ਸਵਾਲ ਹੈ। ਲੇਕਿਨ ਜਿਸ ਢੰਗ ਦੇ ਨਾਲ ਕਿਸਾਨਾਂ ਨੇ ਕਸਮ ਪਾਈ ਹੋਈ ਵੀ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਆਉਣ ਹੀ ਨਹੀਂ ਦੇਣਾ, ਠੀਕ ਹੈ ਕਿ ਇਹ ਵੀ ਉਦਾਂ ਦਾ ਹੀ ਹੈ। ਤੁਸੀਂ ਵੀ ਜਾਣਦੇ ਹੋ ਵੀ ਅਪੋਲੀਟੀਕਲ ਕੁਛ ਨਹੀਂ ਹੁੰਦਾ ਸਮਾਜ 'ਚ। ਕਰੈਕਟ। 80% ਜਿਹੜੀ ਹੈਗੀ ਆ ਲੋਕ ਪੋਲਿੰਗ ਕਰਦੇ ਆ ਪੰਜਾਬ ਦੇ ਵਿੱਚ ਤੇ ਉਹ 20% ਤੱਕ ਉਹ ਮਜਬੂਰੀ ਕਰਕੇ ਰਹਿ ਜਾਂਦੇ ਆ। ਜਿਹੜਾ ਬੰਦਾ ਇਹ ਵੀ ਕਹਿੰਦਾ ਕਿ ਅਸੀਂ ਗੈਰ ਸਿਆਸੀ ਹੈ, ਉਹ ਵੀ ਉਹਦੀ ਸਿਆਸਤ ਹੁੰਦੀ ਹੈ। ਉਹ ਵੀ ਸਿਆਸਤ ਹੁੰਦੀ ਆ, ਉਹ ਪੂਰ ਸਿਆਸਤ ਹੁੰਦੀ ਹੈ। ਉਹ ਮਤਲਬ ਨਾ ਆਪਣੇ ਲਾਰਜਰ ਪਰਸਪੈਕਟਿਵ 'ਚ ਧਿਆਨ 'ਚ ਰੱਖ ਕੇ ਕਹਿੰਦਾ। ਲੇਕਿਨ ਮੈਂ ਇਹ ਗੱਲ ਕਹਿਣਾ ਵੀ ਜਿਸ ਢੰਗ ਦੇ ਨਾਲ ਇਸ ਵੇਲੇ ਮੂਵਮੈਂਟ ਚੱਲ ਰਹੀ ਹੈ, ਜੇ ਕਿਸਾਨ ਆਪਣੇ ਮੁੱਦਿਆਂ ਦੇ ਉੱਤੇ ਸਫਲ ਹੋ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਪੋਲੀਟੀਕਲ ਕੋਈ ਚੇਂਜ ਨਹੀਂ ਹੋਣੀ। ਜੇ ਸਫਲ ਹੋ ਜਾਂਦਾ ਉਹ, ਕਿਉਂਕਿ ਇਹ ਪੋਲੀਟੀਕਲ ਪਾਰਟੀਆਂ ਤੁਹਾਨੂੰ ਇੰਜ ਲੱਗਦਾ ਵੀ ਮਤਲਬ ਸਪੇਸ ਨਹੀਂ ਇਹਨਾਂ ਨੂੰ ਮਿਲ ਰਹੀ। ਮੈਨੂੰ ਨਹੀਂ ਪਤਾ ਮਤਲਬ ਕਿਵੇਂ ਲੋਕ ਸਮਝਣਗੇ। ਮੈਂ ਇੰਜ ਮਹਿਸੂਸ ਕਰਦਾ ਜੇ ਪੰਜਾਬ ਦਾ ਪੋਲੀਟੀਕਲ ਜਿਹੜਾ ਸਮੀਕਰਨ ਹੈ ਅੱਜ ਵਰਗਾ ਨਾ ਹੁੰਦਾ, ਇੱਥੇ ਬਾਜ਼ਾਰ ਤਾਂ ਅਕਾਲੀਆਂ ਦੀ ਨਾਲੇ ਬੀਜੇਪੀ ਦੀ ਹੁੰਦੀ, ਤਾਂ ਤੁਹਾਨੂੰ ਇਹ ਆਗਿਆ ਨਹੀਂ ਸੀ ਮਿਲਣੀ ਵੀ ਤੁਹਾਡਾ ਜਿੱਥੇ ਜੀ ਕਰਦਾ ਦਰੀਆਂ ਵਿਛਾ ਕੇ ਬੈਠ ਜਾਓ ਤੇ ਤੁਸੀਂ ਆਪਣੀ ਸ਼ਾਪਿੰਗ ਮਾਲ ਰੋਕ ਲਓ, ਤੁਸੀਂ ਟੌਰ ਪਲਾਜ਼ਾ। 3 ਮਹੀਨੇ ਜਿਹੜਾ ਹੈਗਾ ਨਾ ਤੁਸੀਂ ਲੋਕਾਂ ਨੂੰ ਐਜੂਕੇਟ ਕਰਨ ਦਾ ਜੋ ਚਾਂਸ ਤੁਹਾਨੂੰ ਮਿਲਿਆ, ਉਹ ਇਸ ਕਰਕੇ ਮਿਲਿਆ ਵੀ ਇੱਥੇ ਸਰਕਾਰ ਜਿਹੜੀ ਹੈਗੀ ਸੀ ਉਹ ਬੀਜੇਪੀ ਦੇ ਵਿਰੁੱਧ ਸੀਗੀ। ਇੱਥੇ ਡੰਡਾ ਨਹੀਂ ਸੀਗਾ। ਤੁਸੀਂ ਬੱਚੇ ਨੂੰ ਸਿਖਾਤਾ ਵੀ ਇਹ 3 ਐਕਟ ਕੀ ਹੈ, ਇਹ ਕਿਸ ਤਰ੍ਹਾਂ ਨਾਲ ਸਾਰੇ ਹਿੰਦੁਸਤਾਨ ਦੀ ਕਿਸਾਨੀ ਦੇ ਵਿਰੁੱਧ ਹੈ। ਹਿੰਦੁਸਤਾਨ ਦੀ ਤਰੇਲੀਆਂ ਤਾਂ ਹੁਣ ਉਹਨਾਂ ਨੂੰ ਵੀ ਆਉਂਦੀਆਂ ਹੋਣੀਆਂ। ਬਿਲਕੁਲ ਆਉਂਦੀਆਂ ਹੈ, ਡੈਫੀਨਿਟਲੀ ਆਉਂਦੀਆਂ ਹੈ। ਜਿਹੜਾ ਇੱਕ ਬਦਲ ਹੈ, ਦੂਜਾ ਬਦਲ, ਉਹ ਤੋਂ ਬਾਅਦ ਤੀਜਾ ਹੈ, ਤੇ ਚੌਥੇ ਦੇ ਉਭਾਰਨ ਜਿਹੜੇ ਪਹਿਲੇ ਦੂਜੇ ਤੀਜੇ ਨੂੰ ਵੀ ਤੇਲੀਆਂ ਆਉਂਦੀਆਂ ਹੋਣੀਆਂ। ਹਾਂ ਦੇਖੋ ਇਸ ਕਰਕੇ ਨਾ ਮਤਲਬ ਇਹਨੂੰ ਜਿਹੜਾ ਕੌਮੀ ਸਰੂਪ ਮਿਲਿਆ ਹੈ, ਉਹ ਸਰੂਪ ਪੰਜਾਬ ਦੀ ਪੋਲੀਟੀਕਲ ਸਮੀਕਰਨ ਦੇ ਹੁੰਦਿਆਂ ਹੋਇਆਂ ਮਿਲਿਆ। ਜੇ ਇਹ ਸਮੀਕਰਨ ਹੋਰ ਤਰ੍ਹਾਂ ਨਾਲ ਹੁੰਦੀ ਤਾਂ ਇਹ ਸਰੂਪ ਨਹੀਂ ਸੀ ਮਿਲ ਸਕਦਾ। ਇਹਦਾ ਅਸਰ ਪਹਿਲਾਂ ਵਾਲੀਆਂ ਮੂਵਮੈਂਟਾਂ ਵਰਗਾ ਹੋਣਾ ਸੀ। ਉਹੀ ਅਸਰ ਹੋਣਾ ਸੀ। ਐਟਲੀਸਟ ਇਹਨੂੰ ਕੌਮੀ ਸਰੂਪ ਨਹੀਂ ਸੀ ਮਿਲਣਾ ਜੋ ਹੁਣ ਮਿਲ ਗਿਆ। ਮਾਸਟਰ ਜੀ ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਹੋਰ ਮੁੱਦਿਆਂ ਨੂੰ ਲੈ ਕੇ, ਹੋਰ ਵੱਖੋ ਵੱਖਰੇ ਨਜ਼ਰੀਏ ਲੈ ਕੇ ਤੁਹਾਡੇ ਅੱਗੇ ਅਸੀਂ ਸਨਮੁਖ ਹੋਵਾਂਗੇ। ਇਜਾਜ਼ਤ ਦਿਓ, ਨਮਸਕਾਰ।